ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਾਵਲਕਾਰ ਨਛੱਤਰ ਦਾ ਨਾਵਲ ਕਵਨ ਦੇਸ ਹੈ ਮੇਰਾ ਦਾ 11ਵਾਂ ਕਾਂਡ ਪੜ੍ਹਾਂਗੇ। ਉਦਣ ਬੇਸਮੈਂਟ ਦੇ ਹਨੇਰੇ ਵਿੱਚ ਅਚਾਨਕ ਹੀ ਕੈਲੇ ਦਾ ਚਿਹਰਾ ਚਮਕਿਆ ਤਾਂ ਬਿਸਤਰੇ 'ਤੇ ਪਈ ਮਾਹੀ ਇੱਕਦਮ ਤ੍ਰਪਕ ਕੇ ਉੱਠ ਬੈਠੀ। ਉਸੇ ਪਲ ਮਾਹੀ ਦਾ ਧਿਆਨ ਬੇਸਮੈਂਟ ਦੇ ਦਰਵਾਜ਼ੇ ਵੱਲ ਗਿਆ। ਰਾਤੀ ਬਿਸਤਰੇ 'ਤੇ ਲੇਟਣ ਤੋਂ ਪਹਿਲਾਂ ਦਰਵਾਜ਼ਾ ਤਾਂ ਮੈਂ ਆਪ ਬੰਦ ਕੀਤਾ ਸੀ। ਦਿਮਾਗ 'ਚ ਇਹ ਖਿਆਲ ਆਉਣ 'ਤੇ ਮਾਹੀ ਨੂੰ ਸਭ ਮਨ ਦਾ ਭਰਮ ਹੀ ਲੱਗਿਆ, ਪਰ ਡਰ ਉਸਦੇ ਦਿਮਾਗ ਨੂੰ ਉਸ ਸਮੇਂ ਤੱਕ ਵੀ ਬੁਰੀ ਤਰ੍ਹਾਂ ਜਕੜੀ ਬੈਠਾ ਸੀ। ਉਸ ਪਲ ਮਾਹੀ ਦਾ ਮਨ ਕੀਤਾ ਕਿ ਆਪਣੇ ਲਾਗੇ ਸੁੱਤੀ ਪਈ ਜੱਸੂ ਨੂੰ ਜਗਾ ਲਵੇ, ਪਰ ਕੁਝ ਸੋਚ ਉਸਨੇ ਅਜਿਹਾ ਨਾ ਕੀਤਾ। ਬਿਸਤਰੇ 'ਤੇ ਲੇਟ ਜਾਣ ਤੋਂ ਬਾਅਦ ਵੀ ਮਾਹੀ ਨੂੰ ਲੱਗਦਾ ਰਿਹਾ ਜਿਵੇਂ ਕੇਲੇ ਦਾ ਚਿਹਰਾ ਉਸਨੂੰ ਉਸ ਸਮੇਂ ਤੱਕ ਵੀ ਡਰਾ ਰਿਹਾ ਹੋਵੇ। ਉਨੀ ਦਿਨ ਹੀ ਮਾਹੀ ਵੱਲੋਂ ਆਪਣੀ ਮੰਮੀ ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਉਸਦੇ ਖਰਚੇ ਲਈ ਇੰਡੀਆ ਤੋਂ ਪੈਸੇ ਨਹੀਂ ਸਨ ਆਏ। ਕੈਨੇਡਾ ਆਉਣ 'ਤੇ ਖੁੱਲ੍ਹਾ ਖਰਚ ਕਰਨ ਵਾਲੀ ਆਦਤ ਕਾਰਨ ਉਸ ਸਮੇਂ ਮਾਹੀ ਨੂੰ ਬਹੁਤ ਹੀ ਔਖਾ ਲੱਗਣ ਲੱਗ ਪਿਆ ਸੀ। ਜੱਸੂ ਕੀ ਸੋਚੇਗੀ? 2 ਕੁ ਵਾਰ ਮਾਹੀ ਨੇ ਆਪਣੇ ਘਰੋਂ ਡਾਲਰ ਨਾ ਆਉਣ ਵਾਲੀ ਗੱਲ ਜੱਸੂ ਨਾਲ ਸਾਂਝੀ ਕਰਨੀ ਚਾਹੀ, ਪਰ ਮਾਹੀ ਦੇ ਅੰਦਰ ਬੈਠੀ ਅਮੀਰ ਕੁੜੀ ਨੇ ਉਸਨੂੰ ਅਜਿਹਾ ਕਰਨੋਂ ਰੋਕ ਦਿੱਤਾ। ਜਿਸ ਬੇਸਮੈਂਟ ਵਿੱਚ ਮਾਹੀ ਤੇ ਜੱਸੂ ਰਹਿੰਦੀਆਂ ਸਨ, ਉਸ ਦਾ ਅੱਧਾ ਕਿਰਾਇਆ ਉਹ ਆਪੋ ਆਪਣੇ ਤੌਰ 'ਤੇ ਹਰ ਮਹੀਨੇ ਘਰ ਦੀ ਮਾਲਕਣ ਬੰਸੋ ਨੂੰ ਦੇ ਦਿੰਦੀਆਂ ਸਨ। ਪਹਿਲ ਜਦੋਂ ਮਾਹੀ ਜੱਸੂ ਨਾਲ ਉੱਥੇ ਰਹਿਣ ਲਈ ਆਈ, ਉਦੋਂ ਆਥਣ ਸਵੇਰ ਬੰਸੋ ਉਹਨਾਂ ਦੀ ਬੇਸਮੈਂਟ ਅੰਦਰ ਆ ਇੱਧਰ-ਉੱਧਰ ਝਾਕਦੀ ਰਹਿੰਦੀ। ਉੱਥੇ ਤੁਰੀ ਫਿਰਦੀ ਬੰਸੋ ਦੀਆਂ ਤੇਜ਼ ਨਜ਼ਰਾਂ ਬੇਸਮੈਂਟ ਅੰਦਰਲੀਆਂ ਸਭ ਨੁੱਕਰਾਂ ਤੱਕ ਘੁੰਮ ਜਾਂਦੀਆਂ। ਕੁੜੀਓ, ਮੇਰਾ ਤੁਹਾਨੂੰ ਵਾਰ-ਵਾਰ ਇਹੋ ਕਹਿਣਾ ਏ ਕਿ ਇੱਥੇ ਸਫਾਈ ਦਾ ਪੂਰਾ ਧਿਆਨ ਰੱਖਿਓ। ਆਹ ਵਾਸ਼ਰੂਮ ਵੱਲ ਵੀ ਜ਼ਰਾ ਦੇਖ ਲਿਆ ਕਰੋ। ਆਪੋ ਆਪਣਾ ਸਮਾਨ ਵੀ ਸਲੀਕੇ ਨਾਲ ਰੱਖੋ। ਰਾਤ ਨੂੰ ਸੌਣ ਤੋਂ ਪਹਿਲਾਂ ਬਿਜਲੀ ਤੇ ਗੈਸ ਦੇ ਸਾਰੇ ਸੁੱਚ ਤਾਂ ਬੰਦ ਕਰਨੇ ਹੀ ਆ, ਪਰ ਪਾਣੀ ਦੀਆਂ ਟੂਟੀਆਂ ਵੀ ਬੰਦ ਕਰਨਾ ਨਾ ਭੁੱਲਿਓ। ਮਾਹੀ ਦੇ ਨਾਲ ਉੱਥੇ ਪਹਿਲਾਂ ਤੋਂ ਹੀ ਰਹਿੰਦੀ ਜੱਸੂ ਨੂੰ ਪਹਿਲਾਂ ਸੁਣੀਆਂ ਹੋਣ 'ਤੇ ਵੀ ਬੰਸੋ ਦੀਆਂ ਹਦਾਇਤਾਂ ਵਾਰ-ਵਾਰ ਸੁਣਨੀਆਂ ਪੈਂਦੀਆਂ ਸਨ। ਪਾੜਿਆਂ ਨੂੰ ਤਾਂ ਮੈਂ ਉੱਕਾ ਹੀ ਕਮਰਾ ਦੇ ਕੇ ਰਾਜ਼ੀ ਨਹੀਂ, ਬੜਾ ਗੰਦ ਪਾਉਂਦੇ ਨੇ। ਤੁਹਾਡੇ ਆਉਣ ਤੋਂ ਪਹਿਲਾਂ ਇੱਥੇ 3-4 ਮੁੰਡੇ ਰਹਿੰਦੇ ਆ, ਉਹਨਾਂ ਕੋਲ ਰਾਤੀ ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਸੀ। ਕਦੇ-ਕਦੇ ਤਾਂ ਮੈਂ ਉਹਨਾਂ ਨਾਲ ਆਈਆਂ ਕੁੜੀਆਂ ਵੀ ਖਰਮਸਤੀਆਂ ਕਰਦੀਆਂ ਦੇਖੀਆਂ। ਖਾ ਪੀ ਕੇ ਡੈਕ ਲਾ ਉਹ ਇੰਨਾ ਖੋਰੂ ਪਾਉਂਦੇ ਕਿ ਦਿਨ ਚੜ੍ਹਨ 'ਤੇ ਹੀ ਰੌਲਾ ਬੰਦ ਹੁੰਦਾ। ਖਾਣ ਪੀਣ ਲਈ ਵਰਤੇ ਗੱਤੇ ਦੇ ਗਲਾਸ, ਪਲੇਟਾਂ ਅਤੇ ਹੋਰ ਗੰਦ-ਮੰਦ ਕਮਰੇ ਦੇ ਖੁੰਝਿਆਂ ਵਿੱਚ ਹੀ ਇਕੱਠਾ ਕਰੀ ਜਾਂਦੇ। 5-6 ਮਹੀਨੇ ਦੇ ਅੰਦਰ ਉਹਨਾਂ ਨੇ ਬੇਸਮੈਂਟ ਨੂੰ ਨਰਕ ਬਣਾ ਤਾ। ਸੀਵਰੇਜ ਵਾਲੀਆਂ ਸਾਰੀਆਂ ਪਾਈਪਾਂ ਬੰਦ ਹੋ ਗਈਆਂ। ਇੱਕ ਦਿਨ ਸਾਰੀ ਬੇਸਮੈਂਟ ਪਾਣੀ ਨਾਲ ਭਰ ਗਈ। ਜਦੋਂ ਅਸੀਂ ਜ਼ਬਰਦਸਤੀ ਬੇਸਮੈਂਟ ਖਾਲੀ ਕਰਵਾਈ ਤਾਂ ਅੰਦਰ ਖਿਲਰੀਆਂ ਪਈਆਂ ਦਾਰੂ ਦੀਆਂ ਖਾਲੀ ਬੋਤਲਾਂ ਅਤੇ ਬੀਅਰ ਦੇ ਕੈਨਾਂ ਨਾਲ 2 ਬੋਰੀਆਂ ਭਰ ਗਈਆਂ। ਉਸ ਦਿਨ ਤੋਂ ਬਾਅਦ ਆਪਾਂ ਤਾਂ ਲਾ ਲਏ ਕੰਨਾਂ ਨੂੰ ਹੱਥ, ਬਈ ਇਹੋ ਜਿਹੇ ਪੜਾਕੂਆਂ ਨੂੰ ਬੇਸਮੈਂਟ ਨਹੀਂ ਦੇਣੀ। ਇੱਕ ਦਿਨ ਬੰਸੋ ਆਂਟੀ ਦਾ ਦਿੱਤਾ ਇੰਨਾ ਲੰਮਾ ਭਾਸ਼ਣ ਸੁਣ ਮਾਹੀ ਅਤੇ ਜੱਸੂ ਦੇ ਕੰਨ ਦੁਖਣ ਲੱਗ ਪਏ ਸਨ। ਤੁਹਾਨੂੰ ਤਾਂ ਕੁੜੀਆਂ ਕਰਕੇ ਬੇਸਮੈਂਟ ਰੈਂਟ 'ਤੇ ਦੇਤੀ। ਉੱਥੋਂ ਜਾਣ ਵੇਲੇ ਇਹ ਗੱਲ ਵੀ ਬੰਸੋ ਨੇ ਉਹਨਾਂ ਨੂੰ ਦੱਸੀ ਸੀ। ਬੰਸੋ ਦੇ ਘਰ ਵਾਲਾ ਟਰਾਲਾ ਚਲਾਉਂਦਾ ਸੀ। ਉਸਦੇ ਦੋਸਤ ਮਿੱਤਰ ਉਸਨੂੰ ਕੈਲਾ ਆਖ ਬੁਲਾਉਂਦੇ ਸਨ। ਕੈਲਾ ਮਹੀਨੇ ਦੇ ਬਹੁਤੇ ਦਿਨ ਘਰੋਂ ਬਾਹਰ ਹੀ ਰਹਿੰਦਾ। 10-12 ਦਿਨਾਂ ਬਾਅਦ ਉਹ ਘਰ ਮੁੜਦਾ, ਪਰ 3-4 ਦਿਨ ਰੁਕਣ ਤੋਂ ਬਾਅਦ ਫਿਰ ਕੈਨੇਡਾ ਤੋਂ ਬਾਹਰ ਦਾ ਚੱਕਰ ਲਾਉਣ ਲਈ ਚਲਾ ਜਾਂਦਾ। ਉਸਦਾ ਟਰਾਲਾ ਫੋਰਡ ਗੱਡੀਆਂ ਦੇ ਪੁਰਜੇ ਬਣਾਉਣ ਵਾਲੀ ਇੱਕ ਕੰਪਨੀ ਨਾਲ ਜੁੜਿਆ ਹੋਇਆ ਸੀ। ਕਾਰਾਂ ਦੇ ਬਣੇ ਪੁਰਜੇ ਟਰਾਲੀਆਂ ਰਾਹੀਂ ਅਮਰੀਕਾ ਦੇ ਉਹਨਾਂ ਸ਼ਹਿਰਾਂ ਵਿੱਚ ਲਿਜਾਏ ਜਾਂਦੇ ਜਿੱਥੇ ਕੰਪਨੀ ਦੇ ਕਾਰ ਅਸੈਂਬਲਿੰਗ ਪਲਾਂਟ ਲੱਗੇ ਹੋਏ ਸਨ। ਟਰੱਕ ਟਰਾਲੇ ਟੋਰਾਂਟੋ ਤੋਂ ਅਮਰੀਕਾ ਦੇ ਸ਼ਹਿਰਾਂ ਤੱਕ ਦਿਨ-ਰਾਤ ਚੱਲਦੇ ਰਹਿੰਦੇ। ਕੰਪਨੀ ਵੱਲੋਂ ਡਰਾਈਵਰਾਂ ਨੂੰ ਸਖਤ ਹਦਾਇਤਾਂ ਸਨ ਕਿ ਚੱਲ ਰਹੇ ਟਰੱਕਾਂ ਦੀ ਚੇਨ ਨਹੀਂ ਟੁੱਟਣੀ ਚਾਹੀਦੀ। ਪਲਾਂਟ ਵਿੱਚ ਪਹੁੰਚਣ 'ਤੇ ਪੁਰਜਿਆਂ ਵਾਲਾ ਟਰਾਲਾ ਖਾਲੀ ਕਰ ਅਸੈਂਬਲ ਹੋਈਆਂ ਕਾਰਾਂ ਲੱਦ ਕੈਲੇ ਨੂੰ ਵਾਪਸ ਟੋਰਾਂਟੋ ਆਉਣ ਤੱਕ 10-12 ਦਿਨ ਲੱਗ ਜਾਂਦੇ। ਕਈ ਵਾਰ ਮੌਸਮ ਖਰਾਬ ਹੋਣ ਕਾਰਨ ਜਾਂ ਕਿਸੇ ਗੱਡੀ ਦਾ ਐਕਸੀਡੈਂਟ ਹੋਣ 'ਤੇ ਹਾਈਵੇਅ 'ਤੇ ਅੜਚਨ ਆ ਜਾਂਦੀ ਤਾਂ ਕੈਲੇ ਨੂੰ ਘਰ ਪਹੁੰਚਣ ਲਈ ਦਿਨ ਵੱਧ ਵੀ ਜਾਂਦੇ। ਬੰਸੋ ਮਾਹੀ ਨੂੰ ਫੋਨ ਕਰਕੇ ਕਈ ਵਾਰ ਕਿਰਾਇਆ ਦੇਣ ਲਈ ਆਖ ਚੁੱਕੀ ਸੀ, ਪਰ ਇੰਡੀਆ ਤੋਂ ਪੈਸੇ ਨਾ ਆਉਣ ਕਾਰਨ ਮਾਹੀ 2 ਮਹੀਨਿਆਂ ਦਾ ਕਿਰਾਇਆ ਬੰਸੋ ਨੂੰ ਨਹੀਂ ਦੇ ਸਕੀ। ਆਂਟੀ ਜੀ, ਘਰ ਕੋਈ ਪ੍ਰੋਬਲਮ ਹੋਣ ਕਾਰਨ ਪੈਸੇ ਅਜੇ ਆਏ ਨਹੀਂ, ਇਸੇ ਲਈ ਕਿਰਾਇਆ ਦਿੱਤਾ ਨਹੀਂ ਗਿਆ। ਘਰੋਂ ਪੈਸੇ ਆਉਣ 'ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਕਿਰਾਇਆ ਹੀ ਦਊਂ। ਪਿਛਲੇ ਦਿਨੀਂ ਪਹਿਲੀ ਵਾਰ ਮਾਹੀ ਨੇ ਤਰਲਾ ਲੈਣ ਵਾਂਗ ਕਿਰਾਏ ਬਾਰੇ ਪੁੱਛਣ ਆਈ ਬੰਸੋ ਆਂਟੀ ਨੂੰ ਇਹ ਗੱਲ ਆਖੀ ਸੀ। ਬੀਬੀ ਰਾਣੀ, ਘਰ ਆਲਿਆਂ ਨੇ ਤਾਂ ਤੁਹਾਨੂੰ ਇੰਨੇ ਪੈਸੇ ਖਰਚ ਕੇ ਇੱਥੇ ਭੇਜਤਾ, ਹੁਣ ਉਹ ਹੋਰ ਕਦੋਂ ਤੱਕ ਤੁਹਾਨੂੰ ਰਿਪੋਰਟ ਭੇਜਦੇ ਰਹਿਣਗੇ। ਤੂੰ ਦੂਜੀ ਕੁੜੀ ਆਂਗੂ ਆਪ ਵੀ ਕੋਈ ਕੰਮ ਧੰਦਾ ਕਰ ਲਿਆ ਕਰ, ਤੇਰੇ ਚਾਹ ਪਾਣੀ ਦੇ ਖਰਚੇ ਜੋਗੇ ਹੀ $4 ਆ ਜਾਇਆ ਕਰਨਗੇ। ਉੱਥੋਂ ਤੁਰਨ ਸਮੇਂ ਬੰਸੋ ਦੇ ਮੂੰਹੋਂ ਨਿਕਲੇ ਖਰਵੇਂ ਬੋਲ ਵੀ ਮਾਹੀ ਨੂੰ ਸੁਣਨੇ ਪਏ ਸਨ। ਸ਼ੁਕਰ ਆ ਜੱਸੂ ਘਰ ਹੈ ਨਹੀਂ। ਬੰਸੋ ਦੇ ਚਲੇ ਜਾਣ ਤੋਂ ਬਾਅਦ ਮਾਹੀ ਨੇ ਸੁੱਖ ਦਾ ਸਾਹ ਲਿਆ।
ਜਦੋਂ ਬੰਸੋ ਨੇ ਮਾਹੀ ਨੂੰ ਇਹ ਗੱਲਾਂ ਆਖੀਆਂ ਉਸ ਵੇਲੇ ਤੱਕ ਜੱਸੂ ਘਰ ਨਹੀਂ ਸੀ ਆਈ। ਆਪਣੀਆਂ ਕਲਾਸਾਂ ਖਤਮ ਹੋਣ ਤੋਂ ਬਾਅਦ ਉਹ ਕੁਝ ਘੰਟਿਆਂ ਲਈ ਬਰੈਂਪਟਨ ਦੇ ਚਾਂਦਨੀ ਚੌਂਕ ਇਲਾਕੇ ਵਿੱਚ ਇੱਕ ਪੀਜ਼ਾ ਹੱਟ 'ਤੇ ਕੰਮ ਕਰਦੀ ਸੀ। ਬੰਸੋ ਦੀਆਂ ਵਧਵੀਆਂ ਘਟਵੀਆਂ ਸੁਣ ਮਾਹੀ ਨੂੰ ਬਹੁਤ ਸ਼ਰਮ ਆਈ। ਮਾਹੀ ਨੇ ਉਸ ਸਮੇਂ ਇੰਡੀਆ ਆਪਣੀ ਮੰਮੀ ਨੂੰ ਫ਼ੋਨ ਮਿਲਾ ਜਲਦੀ ਪੈਸੇ ਭੇਜਣ ਲਈ ਆਖਿਆ, ਪਰ ਆਪਣੀ ਮੰਮੀ ਦੇ ਪਹਿਲਾਂ ਵਾਂਗ ਹੀ ਦਿੱਤੇ ਜਵਾਬ ਤੋਂ ਮਾਹੀ ਨੂੰ ਤਸੱਲੀ ਨਾ ਹੋਈ। ਹੁਣ ਮੈਂ ਕੀ ਕਰਾਂ? ਆਪਣੀ ਮੰਮੀ ਦੀਆਂ ਗੱਲਾਂ ਸੁਣ ਮਾਹੀ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਉਸ ਨੂੰ ਤਾਂ ਹਰ ਪਲ ਪੈਸਿਆਂ ਦਾ ਫਿਕਰ ਵੱਡ ਖਾ ਰਿਹਾ ਸੀ। ਮੈਂ ਵੀ ਜੱਸੂ ਵਾਂਗ ਕੋਈ ਕੰਮ ਕਰਾਂ? ਉਸ ਸਮੇਂ ਮਾਹੀ ਨੇ ਇਹ ਗੱਲ ਆਪਣੇ ਆਪ ਨੂੰ ਪੁੱਛੀ ਸੀ, ਪਰ ਜੱਸੂ ਨੂੰ ਪੈਸਿਆਂ ਵਾਲੀ ਗੱਲ ਦੱਸਣ ਲਈ ਮਾਹੀ ਦਾ ਆਪਣਾ ਆਪ ਤਿਆਰ ਨਹੀਂ ਸੀ ਹੋ ਰਿਹਾ। ਜੇ ਕਿਸੇ ਦਿਨ ਜੱਸੂ ਦੇ ਸਾਹਮਣੇ ਹੀ ਆਂਟੀ ਨੇ ਕੁਝ ਉੱਚਾ ਨੀਵਾਂ ਆਖਤਾ, ਬੰਸੋ ਦਾ ਚਿਹਰਾ ਮਾਹੀ ਦੀਆਂ ਅੱਖਾਂ ਅੱਗੇ ਆਉਂਦਾ ਤਾਂ ਉਹ ਧੁਰ ਅੰਦਰ ਤੱਕ ਕੰਬ ਜਾਂਦੀ। ਉਸ ਸਮੇਂ ਮਾਹੀ ਨੂੰ ਆਪਣੇ ਅਮੀਰ ਹੋਣ ਦਾ ਭਰਮ ਹੀ ਕਿਸੇ ਸਰਾਪ ਵਾਂਗ ਲੱਗਣ ਲੱਗ ਪੈਂਦਾ। ਕੱਲ੍ਹ ਐਤਵਾਰ ਦੀ ਛੁੱਟੀ ਆ। ਜੱਸੂ ਦੇ ਕੰਮ 'ਤੇ ਚਲੇ ਜਾਣ ਤੋਂ ਬਾਅਦ ਮੈਂ ਆਪ ਉੱਪਰ ਜਾ ਆਂਟੀ ਨੂੰ ਡੈਡੀ ਦੇ ਐਕਸੀਡੈਂਟ ਵਾਲੀ ਗੱਲ ਦੱਸੂ। ਉਸ ਰਾਤ ਆਪਣੇ ਮਨ 'ਚ ਇਹ ਸੋਚ ਮਾਹੀ ਨੇ ਸੌਣ ਦੀ ਕੋਸ਼ਿਸ਼ ਕੀਤੀ, ਪਰ ਕਿੰਨੀ ਹੀ ਦੇਰ ਤੱਕ ਉਸਨੂੰ ਨੀਂਦ ਨਹੀਂ ਸੀ ਆਈ। ਉਸ ਤੋਂ ਅਗਲੀ ਸਵੇਰ ਸੁੱਤੇ ਹੋਣ ਦਾ ਬਹਾਨਾ ਬਣਾ ਮਾਹੀ ਕਾਫੀ ਦੇਰ ਤੱਕ ਲੰਮੀ ਪਈ ਰਹੀ। ਜੱਸੂ ਦੇ ਕੰਮ 'ਤੇ ਚਲੇ ਜਾਣ ਤੋਂ ਬਾਅਦ ਹੀ ਮਾਹੀ ਨੇ ਹੱਥ ਮੂੰਹ ਧੋ ਬ੍ਰੇਕਫਾਸਟ ਕੀਤਾ। ਸਵੇਰ ਦੇ 10:30 ਵੱਜ ਗਏ ਦੇਖ ਮਾਹੀ ਨੇ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਠੀਕ ਸਮਝਿਆ, ਕਿਉਂਕਿ ਛੁੱਟੀ ਵਾਲੇ ਦਿਨ ਲੋਕ ਦੇਰ ਨਾਲ ਜਾਗਦੇ ਸਨ। ਕੀ ਆਖਾਂਗੀ ਆਂਟੀ ਨੂੰ? 11:45 ਵਜੇ ਜਦੋਂ ਮਾਹੀ ਬੇਸਮੈਂਟ ਅੰਦਰੋਂ ਨਿਕਲ ਉੱਪਰ ਵੱਲ ਜਾ ਰਹੀ ਸੀ ਤਾਂ ਉਸਦੇ ਮਨ ਵਿੱਚ ਇਹ ਖਿਆਲ ਆਇਆ। ਸਮੇਂ ਸਿਰ ਕਿਰਾਇਆ ਨਾ ਦਿੱਤੇ ਜਾਣ ਵਾਲੀਆਂ ਆਪਣੀਆਂ ਮਜਬੂਰੀਆਂ ਬੰਸੋ ਨੂੰ ਦੱਸਣ ਲਈ ਉਹ ਇੱਕ ਪੌੜੀ ਚੜ੍ਹਦੀ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ। ਦਰਵਾਜ਼ੇ ਲਾਗਲੀ ਘੰਟੀ ਵਜਾਉਣ ਤੋਂ ਪਹਿਲਾਂ ਕੁਝ ਪਲ ਖੜ੍ਹੇ ਹੋ ਮਾਹੀ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਏ। ਕਿਰਾਇਆ ਨਾ ਦਿੱਤੇ ਜਾਣ ਵਾਲੀ ਗੱਲ ਆਖਣ ਤੋਂ ਪਹਿਲਾਂ ਉਸ ਨੇ ਜਿਹੜੀਆਂ ਹੋਰ ਗੱਲਾਂ ਬੰਸੋ ਨਾਲ ਕਰਨੀਆਂ ਸਨ ਉਹਨਾਂ ਨੂੰ ਉਹ ਆਪਣੇ ਮਨ ਵਿੱਚ ਹੀ ਤਰਤੀਬ ਦਿੰਦੀ ਰਹੀ। ਅੰਤ ਦਿਲ ਕਰੜਾ ਕਰ ਘੰਟੀ ਵਜਾਉਣ ਤੋਂ ਬਾਅਦ ਮਾਹੀ ਕਿਆਸ ਲਾਉਣ ਲੱਗ ਪਈ ਕਿ ਦਰਵਾਜ਼ਾ ਖੁੱਲ੍ਹਣ 'ਤੇ ਕਿਹੋ ਜਿਹਾ ਚਿਹਰਾ ਲੈ ਬੰਸੋ ਉਸਦੇ ਸਾਹਮਣੇ ਆਏਗੀ। ਇਹ ਕੀ? ਪਰ ਥੋੜ੍ਹਾ ਜਿਹਾ ਦਰਵਾਜ਼ਾ ਖੁੱਲ੍ਹਣ 'ਤੇ ਬੰਸੋ ਦੀ ਥਾਵੇਂ ਕੈਲੇ ਨੇ ਬਾਹਰ ਖੜ੍ਹੀ ਮਾਹੀ ਦੇ ਚਿਹਰੇ ਵੱਲ ਦੇਖਿਆ ਤਾਂ ਪਲ ਦੀ ਪਲ ਮਾਹੀ ਸ਼ਸ਼ੋਪੰਜ ਵਿੱਚ ਪੈ ਗਈ। ਸਤਿ ਸ਼੍ਰੀ ਅਕਾਲ ਅੰਕਲ ਜੀ। ਲਗਾਤਾਰ ਆਪਣੇ ਵੱਲ ਦੇਖੀ ਜਾ ਰਹੇ ਕੈਲੇ ਦੇ ਚਿਹਰੇ ਨੂੰ ਪਛਾਣਨ ਤੋਂ ਬਾਅਦ ਮਾਹੀ ਨੇ ਫਤਿਹ ਬੁਲਾ ਆਪਣੀ ਜਾਣ ਪਛਾਣ ਕਰਾਈ ਸੀ। ਆ ਅੰਦਰ ਲੰਘ ਆ ਕੁੜੀਏ। ਮਾਹੀ ਦੀ ਗੱਲ ਸੁਣ ਲੈਣ ਤੋਂ ਬਾਅਦ ਹੀ ਕੈਲੇ ਨੇ ਪੂਰਾ ਦਰਵਾਜ਼ਾ ਖੋਲ੍ਹਿਆ। ਆਂਟੀ ਜੀ ਨਹੀਂ ਦਿਖਾਈ ਦੇ ਰਹੇ, ਕਿਤੇ ਗਏ ਹੋਏ ਨੇ? ਦਰਵਾਜ਼ਿਓਂ ਅੰਦਰ ਲੰਘ ਮਾਹੀ ਨੇ ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖਿਆ, ਪਰ ਹਰ ਪਾਸੇ ਚੁੱਪ ਪਸਰੀ ਪਈ ਸੀ। ਇੰਨੇ ਵੱਡੇ ਘਰ ਵਿੱਚ ਇਕੱਲੇ ਕੈਲੇ ਨੂੰ ਤੁਰਿਆ ਫਿਰਦਾ ਦੇਖ ਪਲ ਦੀ ਪਲ ਤਾਂ ਉਹ ਘਬਰਾ ਗਈ, ਪਰ ਫਿਰ ਮਨ ਕਰੜਾ ਕਰ ਉਸ ਨੇ ਕੈਲੇ ਨੂੰ ਪੁੱਛਿਆ ਸੀ, ਤੇਰੀ ਆਂਟੀ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਗਈ ਆ? ਮੈਂ ਰਾਤੀ ਅਮਰੀਕਾ ਦਾ ਚੱਕਰ ਲਾ ਕੇ ਦੇਰ ਨਾਲ ਆਇਆ, ਇਸੇ ਕਰਕੇ ਮੈਥੋਂ ਉਹਨਾਂ ਦੇ ਨਾਲ ਜਾਇਆ ਨਹੀਂ ਗਿਆ, ਕੈਲੇ ਨੇ ਸੋਫੇ 'ਤੇ ਬੈਠਦਿਆਂ ਜਵਾਬ ਦਿੱਤਾ। ਕੈਲੇ ਨੂੰ ਬੈਠ ਗਿਆ ਦੇਖ ਮਾਹੀ ਦੀ ਘਬਰਾਹਟ ਕੁਝ ਘਟ ਗਈ। ਸੋਫੇ 'ਤੇ ਬੈਠਣ ਤੋਂ ਪਹਿਲਾਂ ਮਾਹੀ ਦੀਆਂ ਨਜ਼ਰਾਂ ਕੁਝ ਹੀ ਛਿਣਾਂ ਵਿੱਚ ਡਰਾਇੰਗ ਰੂਮ ਅੰਦਰਲੀ ਇੱਕ ਚੀਜ਼ ਉੱਤੋਂ ਦੀ ਤਰਦੀਆਂ ਲੰਘੀਆਂ ਸਨ। ਸਾਹਮਣੇ ਵਾਲੀ ਅੱਧੀ ਕੰਧ LED ਸਮਾਰਟ TV ਨੇ ਘੇਰੀ ਹੋਈ ਸੀ। ਇੱਕ ਕੰਧ ਉੱਤੇ ਉਸਨੂੰ ਸੋਭਾ ਸਿੰਘ ਦੀ ਬਣਾਈ ਗੁਰੂ ਗੋਬਿੰਦ ਸਿੰਘ ਦੇ ਰੂਪਦਾਰ ਚਿਹਰੇ ਵਾਲੀ ਪੇਂਟਿੰਗ ਦਿਖਾਈ ਦਿੱਤੀ। ਵੱਡੇ ਸੋਫੇ ਤੋਂ ਬਿਨਾਂ ਹੋਰ ਨਿੱਕੇ ਮੋਟੇ ਸਮਾਨ ਨਾਲ ਡਰਾਇੰਗ ਰੂਮ ਪੂਰੀ ਤਰ੍ਹਾਂ ਭਰਿਆ ਪਿਆ ਸੀ। ਇਹ ਸਭ ਕੁਝ ਤਾਂ ਸਾਡੇ ਇੰਡੀਆ ਵਾਲੇ ਘਰ ਵੀ ਆ। ਡਰਾਇੰਗ ਰੂਮ ਅੰਦਰਲੀਆਂ ਵਸਤਾਂ ਨੂੰ ਦੇਖ ਲੈਣ ਤੋਂ ਬਾਅਦ ਮਾਹੀ ਦੇ ਮਨ ਵਿੱਚ ਇਹ ਖਿਆਲ ਆਇਆ। ਉਸ ਸਮੇਂ ਮਾਹੀ ਨੂੰ ਲੱਗਿਆ ਜਿਵੇਂ ਉਹ ਆਪਣੇ ਘਰ ਅੰਦਰ ਹੀ ਬੈਠੀ ਹੋਵੇ। ਉਸ ਦਿਨ ਮਾਹੀ ਨੇ ਕੈਲੇ ਨੂੰ ਦੂਜੀ ਵਾਰ ਦੇਖਿਆ ਸੀ। ਪਹਿਲੀ ਵਾਰ ਉਸ ਨੂੰ ਉਦੋਂ ਦੇਖਿਆ ਜਦੋਂ ਮਾਹੀ ਇੰਡੀਆ ਤੋਂ ਆਪਣਾ ਸਮਾਨ ਲੈ ਉਹਨਾਂ ਦੇ ਬੇਸਮੈਂਟ ਵਿੱਚ ਰਹਿਣ ਆਈ ਸੀ। ਸ਼ੁਕਰ ਆ ਆਂਟੀ ਘਰ ਹੈ ਨਹੀਂ। ਬੰਸੋ ਦੇ ਘਰ ਨਾ ਹੋਣ ਕਾਰਨ ਮਾਹੀ ਨੂੰ ਆਪਣੇ ਮਨ ਅੰਦਰਲੀ ਅੱਧੀ ਪਰੇਸ਼ਾਨੀ ਖਤਮ ਹੋ ਗਈ ਲੱਗੀ। ਤੇਰੇ ਲਈ ਕੋਕ ਲਿਆਵਾਂ? ਮਾਹੀ ਨੂੰ ਇੱਧਰ ਉੱਧਰ ਦੇਖਦੀ ਦੇਖ ਕੈਲੇ ਨੇ ਸੋਫੇ ਤੋਂ ਉੱਠ ਕਿਚਨ ਵੱਲ ਜਾਣ ਲੱਗੇ ਪੁੱਛਿਆ, ਮੈਂ ਕੁਝ ਨਹੀਂ ਲੈਣਾ ਅੰਕਲ ਜੀ, ਹੁਣੇ ਹੀ ਬ੍ਰੇਕਫਾਸਟ ਕਰਕੇ ਆਈ ਹਾਂ। ਪਰ ਮਾਹੀ ਦਾ ਜਵਾਬ ਸੁਣ ਲੈਣ ਤੋਂ ਬਾਅਦ ਵੀ ਉਹ ਅੰਦਰ ਵੱਲ ਚਲਾ ਗਿਆ ਅਤੇ 4-5 ਮਿੰਟ ਬਾਅਦ ਵਾਪਸ ਮੁੜਿਆ। ਭਾਰੀ ਦੇਹ ਹੋਣ ਕਾਰਨ ਕੈਲੇ ਨੂੰ ਤੁਰਨ ਲੱਗੇ ਕਾਫੀ ਔਖਿਆਈ ਹੋ ਰਹੀ ਸੀ, ਪਰ ਅੰਦਰ ਵੱਲੋਂ ਉਸਨੂੰ ਤੁਰੇ ਆਉਂਦੇ ਦੇਖ ਮਾਹੀ ਨੂੰ ਲੱਗਿਆ ਜਿਵੇਂ ਉਹ ਆਪਣੇ ਆਪ ਨੂੰ ਚੁਸਤ ਦਿਖਾਈ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਕੈਲੇ ਵੱਲੋਂ ਪੜ੍ਹਾਈ ਬਾਰੇ ਪੁੱਛੇ ਨਿੱਕੇ ਸਵਾਲਾਂ ਦਾ ਜਵਾਬ ਦਿੰਦੀ ਮਾਹੀ ਨੂੰ ਆਪਣਾ ਆਪ ਤਣਾਅ ਮੁਕਤ ਹੋ ਗਿਆ ਲੱਗਿਆ। ਆਪਣੇ ਪਿੰਡ ਮੰਮੀ ਡੈਡੀ ਅਤੇ ਹੋਰ ਰਿਸ਼ਤੇਦਾਰੀਆਂ ਬਾਰੇ ਮਾਹੀ ਨੇ ਬਿਨਾਂ ਕਿਸੇ ਝਿਜਕ ਦੇ ਕੈਲੇ ਨੂੰ ਦੱਸਿਆ ਸੀ। ਆਂਟੀ ਨੂੰ ਵੈਸੇ ਹੀ ਮਿਲਣ ਆਈ ਸੀ ਜਾਂ ਕੋਈ ਪ੍ਰੋਬਲਮ ਆ? ਇੱਧਰਲੀਆਂ ਉੱਧਰਲੀਆਂ ਗੱਲਾਂ ਕਰਦੀ ਉਹ ਭੁੱਲ ਹੀ ਗਈ ਕਿ ਉਹ ਕਿਸੇ ਕੰਮ ਆਈ ਹੈ।
ਪਰ ਕੈਲੇ ਦੇ ਪੁੱਛਣ 'ਤੇ ਇੱਕ ਵਾਰ ਫੇਰ ਮਾਹੀ ਪਹਿਲਾਂ ਵਾਲੀ ਸਥਿਤੀ ਵਿੱਚ ਚਲੀ ਗਈ। ਕੀ ਗੱਲ, ਚੁੱਪ ਕਿਉਂ ਹੋ ਗਈ? ਉਸ ਨੂੰ ਅਚਾਨਕ ਗੰਭੀਰ ਹੋ ਗਈ ਦੇਖ ਕੈਲੇ ਨੇ ਪੁੱਛਿਆ। ਨਹੀਂ, ਪ੍ਰੋਬਲਮ ਤਾਂ ਕੋਈ ਖਾਸ ਨਹੀਂ ਅੰਕਲ ਜੀ। ਕੈਲੇ ਨਾਲ ਕਿਲਾਏ ਵਾਲੀ ਗੱਲ ਕਰਨ ਲਈ ਮਾਹੀ ਦਾ ਦਿਲ ਨਾ ਮੰਨਿਆ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਣੀ ਆ। ਲੱਗਦਾ ਕੁੜੀ ਮੇਰੇ ਕੋਲੋਂ ਕੁਝ ਲੁਕੋ ਰਹੀ ਆ। ਮਾਹੀ ਦੇ ਉਤਰੇ ਹੋਏ ਚਿਹਰੇ ਵੱਲ ਦੇਖ ਕੈਲੇ ਨੇ ਸੋਚਿਆ, ਕਮਲੀਏ, ਆਂਟੀ ਨਾਲੋਂ ਤਾਂ ਚੰਗਾ ਏ ਅੰਕਲ ਨੂੰ ਵੀ ਆਪਣੀ ਮਜਬੂਰੀ ਦੱਸ ਦੇ। ਮਾਹੀ ਦੇ ਅੰਦਰੋਂ ਇਹ ਆਵਾਜ਼ ਆਈ ਤਾਂ ਕੈਲੇ ਨੂੰ ਕਿਰਾਏ ਵਾਲੀ ਗੱਲ ਦੱਸਣ ਲਈ ਮਾਹੀ ਆਪਣੇ ਆਪ ਨੂੰ ਤਿਆਰ ਕਰਨ ਲੱਗ ਪਈ। ਉਸ ਤੋਂ ਬਾਅਦ ਮਾਹੀ ਨੇ ਆਪਣੇ ਡੈਡੀ ਦੇ ਐਕਸੀਡੈਂਟ ਅਤੇ ਉਸ ਤੋਂ ਬਾਅਦ ਵਾਲੀਆਂ ਸਾਰੀਆਂ ਘਟਨਾਵਾਂ ਕੈਲੇ ਅੱਗੇ ਖੋਲ੍ਹ ਕੇ ਰੱਖ ਦਿੱਤੀਆਂ, ਜਿਨ੍ਹਾਂ ਨੂੰ ਦੱਸਣਾ ਉਸ ਨੂੰ ਉਚਿਤ ਲੱਗਿਆ। ਪਿਛਲੇ 2 ਮਹੀਨਿਆਂ ਤੋਂ ਕਿਰਾਇਆ ਨਾ ਦਿੱਤੇ ਜਾਣ ਵਾਲੀ ਗੱਲ ਵੀ ਉਸਨੇ ਝਿਜਕਦੇ ਦੱਸ ਦਿੱਤੀ। ਮਾਹੀ ਨੇ ਕੈਲੇ ਨੂੰ ਇਹ ਵੀ ਦੱਸਿਆ ਕਿ ਉਹ ਹੋਰ 2-3 ਮਹੀਨੇ ਵੀ ਕਿਰਾਇਆ ਨਹੀਂ ਦੇ ਸਕੇਗੀ। ਆਪਣੇ ਮਨ ਅੰਦਰਲੀਆਂ ਸਾਰੀਆਂ ਗੱਲਾਂ ਕੈਲੇ ਨੂੰ ਦੱਸ ਦੇਣ ਤੋਂ ਬਾਅਦ ਸੋਫੇ 'ਤੇ ਬੈਠੀ ਮਾਹੀ ਨੂੰ ਲੱਗ ਰਿਹਾ ਸੀ ਜਿਵੇਂ ਉਸਦੇ ਮਨ 'ਤੇ ਲੱਦਿਆ ਸਾਰਾ ਬੋਝ ਲਹਿ ਗਿਆ ਹੋਵੇ। ਬਸ ਇੰਨੀ ਹੀ ਗੱਲ ਸੀ। ਕੈਲੇ ਨੇ ਸੋਫੇ ਤੋਂ ਉੱਠ ਮਾਹੀ ਦੇ ਮੋਢੇ ਉੱਤੇ ਹੱਥ ਰੱਖ ਜਿਵੇਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਫਿਕਰ ਨਾ ਕਰਨ ਦਾ ਦਿਲਾਸਾ ਦਿੱਤਾ ਹੋਵੇ। ਆਪਣੇ ਲਾਗੇ ਖੜੇ ਕੈਲੇ ਨੂੰ ਦੇਖ ਮਾਹੀ ਆਪ ਵੀ ਉੱਠ ਕੇ ਖੜੀ ਹੋ ਗਈ। ਤੂੰ ਕਿਉਂ ਖੜੀ ਹੋ ਗਈ? ਬੈਠੀ ਰਹਿ। ਕੈਲੇ ਨੇ ਉਸ ਨੂੰ ਬੈਠ ਜਾਣ ਦਾ ਇਸ਼ਾਰਾ ਕੀਤਾ। ਮਾਹੀ ਦੇ ਸੋਫੇ 'ਤੇ ਬੈਠ ਜਾਣ 'ਤੇ ਕੈਲਾ ਇੱਕ ਵਾਰ ਫੇਰ ਅੰਦਰ ਵੱਲ ਗਿਆ। ਇਸ ਵਾਰ ਵੀ ਉਹ ਪਹਿਲਾਂ ਜਿੰਨਾ ਸਮਾਂ ਲਾ ਕੇ ਹੀ ਵਾਪਸ ਮੁੜਿਆ। ਬਾਹਰ ਆ ਜਾਣ 'ਤੇ ਵੀ ਉਸ ਥਾਵੇਂ ਨਾ ਬੈਠਾ ਜਿੱਥੇ ਪਹਿਲਾਂ ਬੈਠਾ ਸੀ। ਐਂ ਦੂਰ ਕਿਉਂ ਹੋ ਕੇ ਬਹਿ ਗਈ? ਉਰੇ ਹੋ ਕੇ ਬੈਠ। ਮਾਹੀ ਨੂੰ ਥੋੜ੍ਹਾ ਜਿਹਾ ਪਰਾਂ ਸਰਕ ਗਈ ਦੇਖ ਕੈਲੇ ਨੇ ਉਸ ਨੂੰ ਆਪਣੇ ਲਾਗੇ ਬੈਠਣ ਲਈ ਇਸ਼ਾਰਾ ਕੀਤਾ। ਕੈਲੇ ਦੇ ਅੰਦਰੋਂ ਆ ਕੇ ਬੈਠਣ ਤੋਂ ਬਾਅਦ ਮਾਹੀ ਨੂੰ ਉਸਦਾ ਵਤੀਰਾ ਕੁਝ ਬਦਲਿਆ ਲੱਗਿਆ। ਗੱਲ ਕਰਨ ਸਮੇਂ ਕੈਲੇ ਦੇ ਸਾਹਾਂ ਵਿੱਚੋਂ ਹੋਰ ਹੀ ਤਰ੍ਹਾਂ ਦੀ ਆਈ ਹਵਾੜ ਮਹਿਸੂਸ ਕਰ ਮਾਹੀ ਨੂੰ ਲੱਗਿਆ ਜਿਵੇਂ ਅੰਦਰ ਵੱਲ ਗਿਆ ਉਹ ਸ਼ਰਾਬ ਪੀ ਕੇ ਆਇਆ ਹੋਵੇ। ਪਰ ਉਸੇ ਪਲ ਕੈਲੇ ਦੇ ਚਿਹਰੇ ਵੱਲ ਦੇਖ ਮਾਹੀ ਨੂੰ ਆਪਣੇ ਡੈਡੀ ਦੀਆਂ ਹਰਕਤਾਂ ਵੀ ਯਾਦ ਆਈਆਂ। ਦਾਰੂ ਪੀਤੀ ਹੋਣ 'ਤੇ ਕਦੇ-ਕਦੇ ਮਾਹੀ ਦਾ ਡੈਡੀ ਵੀ ਉਸ ਨੂੰ ਆਪਣੇ ਨਜ਼ਦੀਕ ਹੋ ਕੇ ਬੈਠਣ ਲਈ ਆਖਿਆ ਕਰਦਾ ਸੀ, ਕਿਰਾਏ ਬਾਰੇ ਆਪਣੀ ਆਂਟੀ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ, ਮੈਂ ਆਪੇ ਉਸ ਨੂੰ ਸਮਝਾ ਦੂੰ। ਲੈ ਇੰਨੇ ਕੁ ਡਾਲੇ ਰੱਖ ਲੈ। ਮਾਹੀ ਤਾਂ ਆਪਣੀ ਥਾਂ ਤੋਂ ਉੱਠੀ ਨਾ, ਪਰ ਕੈਲੇ ਨੇ ਆਪ ਹੀ ਉਸ ਵੱਲ ਸਰਕ $100 ਦੇ 3-4 ਨੋਟ ਉਸ ਨੂੰ ਫੜਾਉਣੇ ਚਾਹੇ। ਨਹੀਂ ਅੰਕਲ ਜੀ, ਇਹ ਰਹਿਣ ਦਿਓ। ਆਪਣੇ ਖਰਚੇ ਜੋਗੇ ਤਾਂ ਮੇਰੇ ਕੋਲ ਹੈਗੇ ਨੇ। ਕੈਲੇ ਦਾ ਡਾਲਰਾਂ ਵਾਲਾ ਹੱਥ ਪਰਾਂ ਧੱਕਦਿਆਂ ਮਾਹੀ ਨੇ ਉੱਥੋਂ ਉੱਠਣ ਦੀ ਕੋਸ਼ਿਸ਼ ਕੀਤੀ। ਰੱਖ ਲੈ, ਔਖੇ ਵੇਲੇ ਕੰਮ ਆਉਣਗੇ। ਘਰੋਂ ਪਤਾ ਨਹੀਂ ਕਦੋਂ ਆਉਣ। ਉੱਠਣ ਲੱਗੀ ਮਾਹੀ ਦੇ ਲੱਕ ਦੁਆਲੇ ਆਪਣੀ ਬਾਂਹ ਵੱਲ ਕੈਲੇ ਨੇ ਉਸ ਨੂੰ ਫੜਨਾ ਚਾਹਿਆ। ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਅਜਿਹੀ ਹਰਕਤ ਕਰਦਿਆਂ? ਆਪਣੇ ਡੈਡੀ ਦੀ ਉਮਰ ਦੇ ਕੈਲੇ ਨੂੰ ਅਜਿਹਾ ਕਰਦੇ ਦੇਖ ਇੱਕ ਤਰ੍ਹਾਂ ਨਾਲ ਮਾਹੀ ਚੀਖ ਹੀ ਉੱਠੀ। ਮਾਹੀ ਦੀ ਚੀਖ ਸੁਣ ਕੈਲਾ ਇੱਕਦਮ ਹੀ ਘਬਰਾ ਗਿਆ। ਉਸ ਵੱਲੋਂ ਅਜਿਹਾ ਵਿਰੋਧ ਕੀਤੇ ਜਾਣ ਬਾਰੇ ਕੈਲੇ ਨੇ ਬਿਲਕੁਲ ਵੀ ਨਹੀਂ ਸੀ ਸੋਚਿਆ ਹੋਣਾ। ਤੂੰ ਆਪਣੇ ਆਪ ਨੂੰ ਇੰਨਾ ਵੀ ਕਮਜ਼ੋਰ ਨਾ ਸਮਝ, ਜਿੰਨਾ ਸਾਹਮਣੇ ਵਾਲਾ ਤੈਨੂੰ ਸਮਝ ਰਿਹਾ ਏ। ਅਚਾਨਕ ਹੀ ਆਪਣੇ ਅੰਦਰੋਂ ਆਈ ਆਵਾਜ਼ ਸੁਣ ਮਾਹੀ ਦੇ ਪਿੰਡੇ ਵਿੱਚ ਜਿਵੇਂ ਕੋਈ ਗੈਬੀ ਤਾਕਤ ਆ ਗਈ ਹੋਵੇ। ਕਿਵੇਂ ਨਾ ਕਿਵੇਂ ਮਾਹੀ ਨੇ ਆਪਣੇ ਆਪ ਨੂੰ ਕੈਲੇ ਦੀ ਪਕੜ ਵਿੱਚ ਛੁਡਾ ਸੋਫੇ ਤੋਂ ਉੱਠ ਆਪਣੇ ਵੱਲ ਵਧਣ ਲੱਗੇ ਕੈਲੇ ਦੇ ਚੱਡਿਆਂ ਵਿਚਾਲੇ ਅਜਿਹੀ ਲੱਤ ਮਾਰੀ ਕਿ ਉਹ ਤੜਫ ਕੇ ਸੋਫੇ 'ਤੇ ਟੇਢਾ ਹੋ ਗਿਆ। ਉਸ ਨੂੰ ਡਿੱਗਦਾ ਦੇਖ ਤੇਜ਼ੀ ਨਾਲ ਦਰਵਾਜ਼ਾ ਖੋਲ੍ਹ ਮਾਹੀ ਬਾਹਰ ਨਿਕਲ ਆਈ। ਉੱਥੋਂ ਬਾਹਰ ਆ ਉਹ ਆਪਣੀ ਬੇਸਮੈਂਟ ਵੱਲ ਨਹੀਂ ਗਈ, ਸਗੋਂ ਸਿੱਧਾ ਲਾਗਲੀ ਸੜਕ ਵੱਲ ਦੌੜ ਪਈ। ਉਸ ਸਮੇਂ ਉਸਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਉਹ ਸੜਕ ਉੱਤੇ ਭੱਜੀਆਂ ਜਾ ਰਹੀਆਂ ਕਾਰਾਂ ਬੱਸਾਂ ਦੀ ਬਿਨਾਂ ਪਰਵਾਹ ਕੀਤੇ ਉਦੋਂ ਤੱਕ ਦੌੜਦੀ ਰਹੀ ਜਦੋਂ ਉਹ ਉਸ ਥਾਵੇਂ ਨਹੀਂ ਪਹੁੰਚ ਗਈ ਜਿੱਥੇ ਕਾਫੀ ਔਰਤਾਂ ਮਰਦ ਤੁਰੇ ਫਿਰਦੇ ਸਨ। ਸੜਕ ਕੰਢੇ ਖੜੇ ਇੱਕ ਦਰੱਖਤ ਨਾਲ ਢੋਹ ਲਾ ਮਾਹੀ ਨੇ ਆਪਣੇ ਤੇਜ਼ ਚੱਲਦੇ ਸਾਹਾਂ ਨੂੰ ਸੂਤ ਕੀਤਾ, ਪਰ ਉਸ ਸਮੇਂ ਵੀ ਮਾਹੀ ਨੂੰ ਲੱਗ ਰਿਹਾ ਸੀ ਜਿਵੇਂ ਉਹ ਬੰਦਾ ਉਸਦੇ ਪਿੱਛੇ ਹੀ ਆ ਰਿਹਾ ਹੋਵੇ। ਕੁਝ ਮਿੰਟ ਦਰੱਖਤ ਲਾਗੇ ਖੜ੍ਹਨ ਤੋਂ ਬਾਅਦ ਉਹ ਨਿੱਕੇ-ਨਿੱਕੇ ਕਦਮ ਪੁੱਟ ਲਾਗਲੇ ਪਾਰਕ ਵਿੱਚ ਜਾ ਇੱਕ ਬੈਂਚ 'ਤੇ ਬੈਠੀ। ਰੋਜ਼ਾਨਾ ਵਾਂਗ ਉਸ ਸਮੇਂ ਪਾਰਕ ਵਿੱਚ 1-2 ਥਾਈਂ ਬੈਠੇ ਪੰਜਾਬੀ ਬਜ਼ੁਰਗ ਤਾਸ਼ ਖੇਡਣ 'ਚ ਮਸਤ ਸਨ। ਉਹਨਾਂ ਤੋਂ ਬਿਨਾਂ ਵੀ ਕਈ ਇੱਧਰ-ਉੱਧਰ ਘੁੰਮ ਰਹੇ ਸਨ, ਪਰ ਪਾਰਕ ਅੰਦਰ ਇੰਨੀ ਰੌਣਕ ਹੋਣ 'ਤੇ ਵੀ ਮਾਹੀ ਆਪਣੇ ਆਪ ਨੂੰ ਬਹੁਤ ਹੀ ਇਕੱਲੀ ਮਹਿਸੂਸ ਕਰ ਰਹੀ ਸੀ। ਜੱਸੂ, ਤੇਰੀ ਡਿਊਟੀ ਕਦੋਂ ਖਤਮ ਹੋ? ਉੱਥੇ ਬੈਠੇ-ਬੈਠੇ ਮਾਹੀ ਨੇ ਜੱਸੂ ਨੂੰ ਫੋਨ ਮਿਲਾ ਲਿਆ। ਵਾਈ ਆਰ ਯੂ ਆਸਕਿੰਗ ਦਿਸ? ਆਰ ਯੂ ਓਕੇ? ਮਾਹੀ ਦੇ ਤੇਜ਼ ਚੱਲ ਰਹੇ ਸਾਹਾਂ ਨੂੰ ਮਹਿਸੂਸ ਕਰ ਜੱਸੂ ਨੂੰ ਲੱਗਿਆ ਜਿਵੇਂ ਉਸ ਨਾਲ ਕੋਈ ਮਾੜੀ ਘਟਨਾ ਵਾਪਰ ਗਈ ਹੋਵੇ। ਮਾਹੀ ਨੇ ਉਸ ਨੂੰ ਪਹਿਲਾਂ ਕਦੇ ਵੀ ਉਸਦੀ ਡਿਊਟੀ ਸਮੇਂ ਫੋਨ ਨਹੀਂ ਸੀ ਕੀਤਾ। ਹੈ ਤਾਂ ਠੀਕ ਹੀ, ਪਰ ਆਪਣੇ ਨਾਲ ਹੋਏ ਬਾਰੇ ਜੱਸੂ ਨੂੰ ਦੱਸਣ ਲੱਗੀ ਮਾਹੀ ਨੇ ਅਚਾਨਕ ਫੋਨ ਬੰਦ ਕਰ ਦਿੱਤਾ। ਕੀ ਹੋਇਆ? ਫੋਨ ਕਿਉਂ ਬੰਦ ਕਰਤਾ? ਉੱਧਰੋਂ ਜੱਸੂ ਨੇ ਉਸ ਨੂੰ ਫੋਨ ਮਿਲਾ ਪੁੱਛਿਆ। ਮੈਂ ਘਰ ਨਹੀਂ, ਆਪਣੇ ਬੇਸਮੈਂਟ ਲਾਗਲੇ ਪਾਰਕ 'ਚ ਬੈਠੀ ਹਾਂ। ਤੂੰ ਡਿਊਟੀ ਖਤਮ ਕਰ ਮੈਨੂੰ ਉੱਥੇ ਹੀ ਆ ਕੇ ਮਿਲੀ। ਮਾਹੀ ਨੇ ਇੰਨੀ ਗੱਲ ਆਖ ਫੋਨ ਫੇਰ ਬੰਦ ਕਰ ਦਿੱਤਾ।
ਤੂੰ ਅਸਲ ਗੱਲ ਕਿਉਂ ਨਹੀਂ ਦੱਸਦੀ? ਘਬਰਾਈ ਹੋਈ ਜੱਸੂ ਨੇ ਉਸ ਨੂੰ ਫੇਰ ਫੋਨ ਮਿਲਾ ਲਿਆ, ਪਰ ਮਾਹੀ ਕੋਲੋਂ ਉਸ ਨੂੰ ਫੋਨ 'ਤੇ ਕੁਝ ਵੀ ਨਾ ਦੱਸਿਆ ਗਿਆ। ਲਗਭਗ 1.5 ਕੁ ਘੰਟੇ ਬਾਅਦ ਜੱਸੂ ਉੱਥੇ ਪਹੁੰਚੀ ਸੀ। ਬਿਨਾਂ ਕੁਝ ਵੀ ਬੋਲੇ ਬੈਂਚ ਤੋਂ ਉੱਠ ਮਾਹੀ ਉਸ 'ਤੇ ਗਲ ਲੱਗ ਹਟਕੋਰੇ ਭਰਨ ਲੱਗ ਪਈ। "ਵਾਟ ਹੈਪਨ ਬੇਬੀ?" ਮਾਹੀ ਨੂੰ ਲਗਾਤਾਰ ਰੋਈ ਜਾਂਦੀ ਜੱਸੂ ਆਪ ਵੀ ਘਬਰਾ ਗਈ। "ਕੁਝ ਦੱਸੇਂਗੀ ਵੀ ਜਾਂ ਰੋਂਦੀ ਹੀ ਰਹੇਂਗੀ?" ਜੱਸੂ ਨੂੰ ਲੱਗਿਆ ਜਿਵੇਂ ਉਸ ਨਾਲ ਕੁਝ ਜ਼ਿਆਦਾ ਹੀ ਦੁਖਦਾਈ ਘਟ ਗਿਆ ਹੋਵੇ। ਮਾਹੀ ਨੂੰ ਸਹਿਜ ਹੋਣ ਲਈ ਕਾਫੀ ਸਮਾਂ ਲੱਗਿਆ। ਆਪਣੇ ਨਾਲ ਹੋਈ ਬੀਤੀ ਬਾਰੇ ਦੱਸਦੇ ਉਹ ਵਿੱਚ ਫੇਰ ਹਟਕੋਰੇ ਭਰਨ ਲੱਗ ਪੈਂਦੀ। ਥੋੜ੍ਹੇ ਵਕਫੇ ਬਾਅਦ ਕੁਝ ਪਲ ਰੁਕ ਕੇ ਉਸਨੇ ਟੁਕੜਿਆਂ ਵਿੱਚ ਆਪਣੀ ਗੱਲ ਪੂਰੀ ਕੀਤੀ। ਮਾਹੀ ਨਾਲ ਵਾਪਰੇ ਬਾਰੇ ਸੁਣ ਜੱਸੂ ਨੂੰ ਆਪ ਵੀ ਘਬਰਾਹਟ ਹੋਣ ਲੱਗ ਪਈ। ਘਰੋਂ ਹਜ਼ਾਰਾਂ ਕਿਲੋਮੀਟਰ ਦੀ ਦੂਰੀ 'ਤੇ ਬੈਠੇ ਹੋਣ ਕਾਰਨ ਜੱਸੂ ਨੂੰ ਲੱਗਿਆ ਜਿਵੇਂ ਉੱਥੇ ਉਹਨਾਂ ਦੀ ਗੱਲ ਸੁਣਨ ਵਾਲਾ ਕੋਈ ਵੀ ਨਾ ਹੋਵੇ। ਉਹਨਾਂ ਦੇ ਮਾਪਿਆਂ ਨੇ ਜਿਨ੍ਹਾਂ ਨੂੰ ਆਪਣੇ ਸਮਝ ਕੁੜੀਆਂ ਨੂੰ ਉੱਥੇ ਪੜ੍ਹਨ ਲਈ ਭੇਜਿਆ ਹੈ, ਜੇ ਉਹ ਹੀ ਲੋਕ ਕੁੜੀਆਂ ਦੀ ਇੱਜ਼ਤ ਨਾਲ ਖੇਡਣ ਲੱਗ ਪੈਣ ਤਾਂ ਕੁੜੀਆਂ ਵਿਚਾਰੀਆਂ ਕਿੱਥੇ ਜਾਣ? ਇਹ ਖਿਆਲ ਆਉਂਦਿਆਂ ਜੱਸੂ ਨੇ ਆਪਣੇ ਲਾਗੇ ਬੈਠੀ ਮਾਹੀ ਨੂੰ ਆਪਣੀ ਬੁੱਕਲ ਵਿੱਚ ਲੈ ਘੁੱਟ ਲਿਆ। "ਤੈਨੂੰ ਪਤਾ ਹੈ ਇਸ ਦੇਸ਼ ਦੇ ਕਾਨੂੰਨ ਬਹੁਤ ਸਖਤ ਨੇ। ਪੁਲਿਸ ਨੂੰ ਫੋਨ ਕਰ ਦਿੰਦੀਆਂ ਹੁਣ ਤੱਕ ਉਸ ਬੰਦੇ ਨੂੰ ਫੜ ਕੇ ਲੈ ਚੁੱਕੀ ਹੁੰਦੀ।" ਅਚਾਨਕ ਕੁਝ ਯਾਦ ਆ ਜਾਣ 'ਤੇ ਆਪਣੀਆਂ ਅੱਖਾਂ ਵਿੱਚ ਚਮਕ ਲਿਆਉਂਦੀ ਜੱਸੂ ਬੋਲੀ ਸੀ। ਉਸਦੀ ਗੱਲ ਸੁਣ ਮਾਹੀ ਨੇ ਵੀ ਆਪਣਾ ਲਟਕਿਆ ਹੋਇਆ ਚਿਹਰਾ ਉੱਪਰ ਚੱਕ ਜੱਸੂ ਵੱਲ ਵੇਖਿਆ। "ਪਰ ਇਸ ਤਰ੍ਹਾਂ ਕਰਨ 'ਤੇ ਤੇਰੀ ਪੜ੍ਹਾਈ ਵਿੱਚੇ ਲਟਕੀ ਜਾਣੀ ਸੀ। ਤੇਰੇ ਬਾਰੇ ਵੀ ਲੋਕ ਪਤਾ ਨਹੀਂ ਕੀ ਸੋਚਦੇ। ਇੱਥੇ ਆਪਣੇ ਨਾਲ ਖੜਨ ਵਾਲਾ ਕੋਈ ਵੀ ਦਿਖਾਈ ਨਹੀਂ ਦੇ ਰਿਹਾ।" ਕੁਝ ਪਲ ਸੋਚਣ ਤੋਂ ਬਾਅਦ ਇਹ ਗੱਲ ਮਾਹੀ ਨਾਲ ਸਾਂਝੀ ਕਰਦੀ ਜੱਸੂ ਦੀਆਂ ਅੱਖਾਂ ਵਿਚਲੀ ਚਮਕ ਵੀ ਅਚਾਨਕ ਹੀ ਗਾਇਬ ਹੋ ਗਈ। "ਪੁਲਿਸ ਕੇਸ ਬਣਨ 'ਤੇ ਗੱਲ ਤੇਰੇ ਘਰਦਿਆਂ ਤੱਕ ਵੀ ਪਹੁੰਚਦੀ। ਉਹ ਪਹਿਲਾਂ ਹੀ ਦੁਖੀ ਬੈਠੇ ਨੇ। ਤੇਰੇ ਬਾਰੇ ਸੁਣ ਹੋਰ ਖਫ਼ਾ ਹੁੰਦੇ।" ਇਹ ਆਖ ਜੱਸੂ ਨੀਵੀਂ ਪਾਈ ਬੈਠੀ ਮਾਹੀ ਦੇ ਉਤਰੇ ਚਿਹਰੇ ਵੱਲ ਦੇਖਣ ਲੱਗ ਪਈ। ਕੁਝ ਪਲ ਦੋਹਾਂ ਵਿਚਕਾਰ ਚੁੱਪ ਪਸਰੀ ਰਹੀ, ਜਿਵੇਂ ਉਹਨਾਂ ਨੂੰ ਕੁਝ ਵੀ ਨਾ ਸੁੱਝ ਰਿਹਾ ਹੋਵੇ। ਇੱਥੋਂ ਦੇ ਕਾਨੂੰਨ ਜ਼ਿਆਦਾ ਸਖਤ ਹੋਣ ਕਾਰਨ ਕੁਝ ਵੀ ਗਲਤ ਕਰਨੋਂ ਲੋਕ ਡਰਦੇ ਨੇ, ਪਰ ਤੂੰ ਇੱਥੇ ਨਵੀਂ ਆਈ ਹੋਣ ਕਾਰਨ ਉਹ ਤੇਰੀ ਮਜਬੂਰੀ ਦਾ ਫਾਇਦਾ ਉਠਾਉਣਾ ਚਾਹੁੰਦੇ ਸੀ। ਜੱਸੂ ਨੇ ਮਾਹੀ ਨੂੰ ਉਸ ਨਾਲ ਵਾਪਰੇ ਦੇ ਅਸਲ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ। ਹੁਣ ਤੱਕ ਤਾਂ ਉਹ ਪੁਲਿਸ ਦੇ ਡਰੋਂ ਕਿਧਰੇ ਭੱਜ ਵੀ ਗਿਆ ਹੋ। ਇਹ ਗੱਲ ਆਖ ਜੱਸੂ ਨੇ ਉਦਾਸੀ ਵਿੱਚ ਘਿਰੀ ਮਾਹੀ ਨੂੰ ਉੱਥੋਂ ਬਾਹਰ ਕੱਢਣ ਦਾ ਯਤਨ ਕੀਤਾ। ਹੁਣ ਉਹ ਅਜਿਹੀ ਗਲਤੀ ਕਰਨ ਤੋਂ ਪਹਿਲਾਂ 100 ਵਾਰੀ ਸੋਚੂ। ਬੈਂਚ ਤੋਂ ਉੱਠ ਕੇ ਖੜੀ ਹੁੰਦੀ ਜੱਸੂ ਨੇ ਮਾਹੀ ਦੇ ਮੋਢੇ ਉੱਤੇ ਹੱਥ ਰੱਖ ਆਖਿਆ। ਨੀਵੀਂ ਪਾਈ ਬੈਠੀ ਮਾਹੀ ਜੱਸੂ ਦੀਆਂ ਗੱਲਾਂ ਚੁੱਪਚਾਪ ਸੁਣੀ ਜਾ ਰਹੀ ਸੀ। "ਬੀ ਬਰੇਵ, ਮੈਂ ਤੇਰੇ ਨਾਲ ਹਾਂ। ਤੂੰ ਪੁਲਿਸ ਦਾ ਫੋਨ ਨੰਬਰ ਨੋਟ ਕਰਕੇ ਰੱਖ ਲੈ। ਜਦ ਕਦੇ ਵੀ ਤੈਨੂੰ ਅਜਿਹਾ ਖਤਰਾ ਮਹਿਸੂਸ ਹੋਵੇ ਤਾਂ ਝੱਟ ਇਹ ਨੰਬਰ ਮਿਲਾ ਲੈਣਾ।" ਨਿੱਕੀਆਂ ਗੱਲਾਂ ਕਰ ਮਾਹੀ ਦੇ ਮਨੋਬਲ ਨੂੰ ਉੱਪਰ ਚੁੱਕਣ ਦੇ ਨਾਲ ਜੱਸੂ ਆਪਣੇ ਆਪ ਨੂੰ ਵੀ ਖੜਾ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। "ਜੱਸੂ, ਕਮਰੇ ਵਿੱਚ ਜਾਂਦੇ ਮੈਨੂੰ ਬਹੁਤ ਡਰ ਲੱਗ ਰਿਹਾ ਏ।" ਉੱਥੋਂ ਤੁਰਨ ਲਈ ਜੱਸੂ ਨੇ ਮਾਹੀ ਨੂੰ ਆਖਿਆ ਤਾਂ ਉਹ ਉਸ ਸਮੇਂ ਵੀ ਬਹੁਤ ਸਹਿਮੀ ਹੋਈ ਲੱਗ ਰਹੀ ਸੀ। "ਚੱਲ ਕਮਰੇ 'ਚ ਜਾਣ ਤੇ ਤੈਨੂੰ ਕੁਝ ਬਣਾ ਕੇ ਖਵਾਉਂਦੀ ਆਂ। ਤੂੰ ਤਾਂ ਸਵੇਰ ਦਾ ਕੁਝ ਲਿਆ ਵੀ ਨਹੀਂ ਹੋਣਾ।" ਮਾਹੀ ਦੀ ਬਾਂਹ ਫੜ ਜੱਸੂ ਨੇ ਉਸ ਨੂੰ ਆਪਣੇ ਨਾਲ ਤੋਰ ਲਿਆ। ਜੱਸੂ ਦੇ ਨਾਲ ਤੁਰੇ ਜਾਣ 'ਤੇ ਵੀ ਮਾਹੀ ਵਾਰ-ਵਾਰ ਇੱਧਰ ਉੱਧਰ ਇਉਂ ਦੇਖ ਰਹੀ ਸੀ ਜਿਵੇਂ ਉਹ ਆਪਣੇ ਅੰਦਰੋਂ ਡਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੋਵੇ। "ਤੂੰ ਘਰੋਂ ਪੈਸੇ ਨਾ ਆਉਣ ਵਾਲੀ ਗੱਲ ਮੈਨੂੰ ਕਿਉਂ ਨਾ ਦੱਸੀ?" ਤੁਰੀ ਜਾਂਦੀ ਜੱਸੂ ਨੇ ਇੱਕ ਥਾਵੇਂ ਖੜੇ ਹੋ ਮਾਹੀ ਨੂੰ ਪੁੱਛਿਆ, ਪਰ ਜੱਸੂ ਦੇ ਲਾਗੇ ਨੀਵੀਂ ਪਾ ਖੜੀ ਮਾਹੀ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। "ਇੰਨੇ ਕੁ ਡਾਲਰ ਤਾਂ ਮੈਂ ਹਮੇਸ਼ਾ ਸਾਂਭ ਕੇ ਰੱਖਦੀ ਆਂ। ਤੂੰ ਦੱਸ ਦਿੰਦੀ ਤਾਂ ਇਹ ਨੌਬਤ ਹੀ ਨਾ ਆਉਂਦੀ।" ਤੁਰ ਪਈ ਜੱਸੂ ਫੇਰ ਬੋਲੀ ਸੀ। ਜੱਸੂ ਦੀ ਗੱਲ ਸੁਣ ਮਾਹੀ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਬਹੁਤ ਹੋਇਆ, ਪਰ ਉਸ ਕੋਲੋਂ ਕੁਝ ਵੀ ਨਾ ਬੋਲਿਆ ਗਿਆ। ਬੇਸਮੈਂਟ ਲਾਗੇ ਪਹੁੰਚ ਇੱਕ ਵਾਰ ਫੇਰ ਕੁਝ ਯਾਦ ਆਉਣ 'ਤੇ ਮਾਹੀ ਅਚਾਨਕ ਹੀ ਸਹਿਮ ਕੇ ਰੁਕ ਗਈ। ਉਸ ਨੂੰ ਲੱਗਿਆ ਜਿਵੇਂ ਅੱਗੇ ਕੈਲਾ ਉਸ ਦਾ ਰਾਹ ਰੋਕੀ ਖੜਾ ਹੋਵੇ। "ਕੀ ਹੋਇਆ?" ਆਪਣੇ ਨਾਲ ਤੁਰੀ ਜਾਂਦੀ ਮਾਹੀ ਨੂੰ ਅਚਾਨਕ ਖੜੀ ਹੋ ਗਈ ਦੇਖ ਜੱਸੂ ਨੇ ਆਲਾ ਦੁਆਲਾ ਦੇਖ ਪੁੱਛਿਆ। ਉੱਥੇ ਖੜੀ ਮਾਹੀ ਨੇ ਚਾਰੇ ਪਾਸੇ ਦੇਖ ਲੈਣ ਤੋਂ ਬਾਅਦ ਹੀ ਆਪਣਾ ਕਦਮ ਅੱਗੇ ਪੁੱਟਿਆ ਸੀ। ਉਸ ਸਮੇਂ ਮਾਹੀ ਦੇ ਜ਼ਿਹਨ ਉੱਤੇ ਸਹਿਮ ਇੰਨੀ ਬੁਰੀ ਤਰ੍ਹਾਂ ਛਾਇਆ ਹੋਇਆ ਸੀ ਕਿ ਉਸ ਨੂੰ ਲੱਗ ਨਹੀਂ ਸੀ ਰਿਹਾ ਕਿ ਉਹ ਛੇਤੀ ਕਿਤੇ ਉਸ ਸਥਿਤੀ ਵਿੱਚੋਂ ਨਿਕਲ ਸਕੇਗੀ। ਜੇ ਕੋਈ ਔਰਤ ਜਾਂ ਮਰਦ ਤੁਹਾਡੀ ਮਜਬੂਰੀ ਸੁਣ ਹੱਦੋਂ ਵੱਧ ਹਮਦਰਦੀ ਜਤਾਉਂਦਾ ਦਿਸੇ ਤਾਂ ਇੱਕਦਮ ਅਲਰਟ ਹੋ ਜਾਓ। ਇਹੋ ਜਿਹੇ ਸ਼ਾਤਰ ਲੋਕ ਤੁਹਾਡੀ ਕਮਜ਼ੋਰੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਇਸ ਲਈ ਕਦੇ ਵੀ ਕਿਸੇ ਉੱਪਰੇ ਅੱਗੇ ਕੁਝ ਫਾਲਤੂ ਨਾ ਬੋਲੋ। ਬੇਸਮੈਂਟ ਅੰਦਰ ਪਹੁੰਚ ਜੱਸੂ ਨੇ ਚਾਹ ਬਣਾ ਮਾਹੀ ਨੂੰ ਬ੍ਰੈਡ ਦੇ ਪੀਸ ਵੀ ਗਰਮ ਕਰਕੇ ਦਿੱਤੇ। ਮਾਹੀ ਦੇ ਲਾਗੇ ਬੈਠ ਚਾਹ ਪੀਂਦਿਆਂ ਜਿਵੇਂ ਇੱਕ ਵਾਰ ਫੇਰ ਜੱਸੂ ਨੇ ਆਪਣੀਆਂ ਨਸੀਹਤਾਂ ਦੀ ਪਟਾਰੀ ਖੋਲ੍ਹ ਲਈ ਹੋਵੇ। "ਮੈਂ ਆਪ ਸਵੇਰੇ ਆਂਟੀ ਨੂੰ ਤੇਰਾ ਰੈਂਟ ਦੇ ਕੇ ਆਊਂ।" ਜੱਸੂ ਨੇ ਮਾਹੀ ਨੂੰ ਇਹ ਗੱਲ ਆਖੀ ਤਾਂ ਚਾਹ ਪੀ ਕੇ ਖਾਲੀ ਕੱਪ ਰੱਖਦੀ ਮਾਹੀ ਨੂੰ ਲੱਗਿਆ ਜਿਵੇਂ ਪਿੰਡੋਂ ਉੱਡ ਉਸਦੀ ਮੰਮੀ ਉਸਦੇ ਸਾਹਮਣੇ ਆ ਬੈਠੀ ਹੋਵੇ। "ਤੇਰਾ ਖਰਚ ਕਿਵੇਂ ਚੱਲੂ?" ਮਾਹੀ ਨੇ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਸਨੂੰ ਪੁੱਛਿਆ।
ਤੂੰ ਮੇਰਾ ਫਿਕਰ ਨਾ ਕਰ, ਮੇਰੇ ਖਰਚੇ ਬਹੁਤ ਲਿਮਿਟਿਡ ਨੇ, ਇੰਨੇ ਕੁ ਡਾਲਰ ਹਮੇਸ਼ਾ ਮੇਰੇ ਕੋਲ ਰਿਜ਼ਰਵ ਰਹਿੰਦੇ ਨੇ। ਜੱਸੂ ਨੇ ਉਸਦਾ ਹੱਥ ਫੜ ਉਸ ਨੂੰ ਤਸੱਲੀ ਦਿਵਾਈ। ਪਰ ਜੱਸੂ ਇੱਥੇ ਰਹਿਣ 'ਤੇ ਮੈਨੂੰ ਬਹੁਤ ਡਰ ਲੱਗ ਰਿਹਾ ਏ, ਮਾਹੀ ਨੇ ਆਪਣੇ ਅੰਦਰਲੇ ਡਰ ਬਾਰੇ ਦੱਸਿਆ। ਪਰ ਡਾਲਰਾਂ ਦੀ ਕਿੱਲਤ ਹੋਣ ਕਾਰਨ ਉਹ ਚੰਗੀ ਤਰ੍ਹਾਂ ਖੁੱਲ੍ਹ ਕੇ ਵੀ ਜੱਸੂ ਨਾਲ ਗੱਲ ਨਹੀਂ ਸੀ ਕਰ ਰਹੀ। ਮੈਨੂੰ ਲੱਗਦਾ ਆਪਾਂ ਨੂੰ ਅਜੇ ਮਹੀਨਾ ਕੁ ਹੋਰ ਇੱਥੇ ਹੀ ਰਹਿਣਾ ਪਊ, ਉਦੋਂ ਤੱਕ ਕੋਈ ਨਵੀਂ ਥਾਂ ਵੀ ਲੱਭ ਲਵਾਂਗੇ। ਪਰ ਜੇ ਤੂੰ ਬਹੁਤ ਹੀ ਡਰ ਰਹੀ ਹੈ ਤਾਂ ਕੋਈ ਹੋਰ ਜੁਗਾੜ ਕਰ ਲੈਂਦੇ ਹਾਂ। ਜੱਸੂ ਕੋਲੋਂ ਮਾਹੀ ਦਾ ਉਦਾਸ ਚਿਹਰਾ ਦੇਖਿਆ ਨਹੀਂ ਸੀ ਜਾ ਰਿਹਾ। ਉਹ ਕਿਸੇ ਨਾ ਕਿਸੇ ਤਰ੍ਹਾਂ ਉਸਦੇ ਮਨ ਅੰਦਰਲਾ ਡਰ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਤੇਰੀ ਸਮਝਦਾਰੀ ਕਾਰਨ ਬਚਾਅ ਹੋ ਗਿਆ, ਨਹੀਂ ਤਾਂ ਪਤਾ ਨਹੀਂ ਹੁਣ ਤੱਕ ਕੀ ਦਾ ਕੀ ਬਣ ਗਿਆ ਹੁੰਦਾ। ਇਸ ਗੱਲ ਨੂੰ ਤੂੰ ਆਪਣੇ ਤੱਕ ਹੀ ਰੱਖਣਾ ਏ, ਆਂਟੀ ਦੇ ਤਾਂ ਤੂੰ ਮੱਥੇ ਹੀ ਨਾ ਲੱਗੀ। ਉਹ ਕਲੈਵਰ ਲੇਡੀ ਤਾਂ ਆਪਣੇ ਘਰ ਵਾਲੇ ਦਾ ਹੀ ਪੱਖ ਪੂਰੂ, ਉਲਟਾ ਤੇਰੇ 'ਤੇ ਹੀ ਕੋਈ ਵਿੰਗਾ ਟੇਢਾ ਇਲਜ਼ਾਮ ਲਾ ਸਕਦੀ ਆ। ਜੱਸੂ ਦੀ ਇਹ ਗੱਲ ਸੁਣ ਤਾਂ ਮਾਹੀ ਹੋਰ ਵੀ ਘਬਰਾ ਗਈ। ਜੱਸੂ ਤੂੰ ਕੋਈ ਹੋਰ ਹੀ ਟਿਕਾਣਾ ਦੇਖ, ਇਹੋ ਜਿਹੇ ਟੈਂਸ ਮਾਹੌਲ 'ਚ ਮੇਰਾ ਪੜ੍ਹਾਈ ਵੱਲ ਵੀ ਧਿਆਨ ਨਹੀਂ ਜਾਣਾ। ਸ਼ਾਮੀ ਘਰ ਆਉਣ ਸਮੇਂ ਤੂੰ ਲੇਟ ਵੀ ਹੋ ਸਕਦੀ ਹੈ। ਜਦੋਂ ਤੱਕ ਤੂੰ ਆਏਂਗੀ ਨਹੀਂ ਉਨੇ ਸਮੇਂ 'ਚ ਤਾਂ ਮੈਂ ਸਹਿਮ ਕਾਰਨ ਪਾਗਲ ਹੀ ਹੋ ਜੂ। ਮੈਂ ਮੋਮ ਨੂੰ ਫੋਨ ਕਰਦੀ ਹਾਂ ਕਿ ਜਿਵੇਂ ਮਰਜ਼ੀ ਕਰੇ ਕੁਝ ਨਾ ਕੁਝ ਡਾਲਰ ਮੈਨੂੰ ਜ਼ਰੂਰ ਭਿਜਵਾਏ। ਮਾਹੀ ਨੇ ਆਪਣੇ ਮਨ ਅੰਦਰਲੇ ਡਰ ਬਾਰੇ ਜੱਸੂ ਨੂੰ ਦੱਸਿਆ। ਜਿੰਨੀ ਦੇਰ ਉਹ ਬੇਸਮੈਂਟ ਅੰਦਰ ਬੈਠ ਗੱਲਾਂ ਕਰਦੀਆਂ ਰਹੀਆਂ, ਉਸ ਸਮੇਂ ਦੌਰਾਨ ਕਿੰਨੀ ਹੀ ਵਾਰ ਮਾਹੀ ਦਾ ਧਿਆਨ ਬੇਸਮੈਂਟ ਦੇ ਦਰਵਾਜ਼ੇ ਵੱਲ ਵੀ ਗਿਆ ਸੀ, ਕਿਤੇ ਕਮਰੇ ਡਿਪਰੈਸ਼ਨ 'ਚ ਹੀ ਨਾ ਚਲੀ ਜਾਏ। ਆਪਣੇ ਲਾਗੇ ਬੈਠੀ ਮਾਹੀ ਦੇ ਉਤਰੇ ਹੋਏ ਚਿਹਰੇ ਵੱਲ ਦੇਖ ਜੱਸੂ ਨੇ ਸੋਚਿਆ, ਜਿਹੜੇ ਵਿਦਿਆਰਥੀ ਆਪਣੇ ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਕੈਨੇਡਾ ਆਏ ਸਨ, ਕਾਲਜ ਜਾਣ ਦੇ ਕਾਰਨ ਉਹਨਾਂ ਦਾ ਝਾਕਾ ਖੁੱਲ੍ਹਿਆ ਹੋਇਆ ਸੀ। ਉਹਨਾਂ ਦੇ ਇੱਥੇ ਆਪਣੇ ਆਪ ਨੂੰ ਕੈਨੇਡਾ ਦੇ ਮਾਹੌਲ ਅਨੁਸਾਰ ਛੇਤੀ ਹੀ ਢਾਲ ਲਿਆ। ਪਰ ਜਿਨ੍ਹਾਂ ਮੁੰਡੇ ਕੁੜੀਆਂ ਨੂੰ ਸਕੂਲ ਦੀ ਪੜ੍ਹਾਈ ਤੋਂ ਬਾਅਦ ਹੀ ਉਹਨਾਂ ਦੇ ਮਾਪਿਆਂ ਨੇ ਕੈਨੇਡਾ ਭੇਜਤਾ, ਉਹਨਾਂ ਨੂੰ ਇੱਥੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਸਮੇਂ ਇਹ ਖਿਆਲ ਵੀ ਜੱਸੂ ਨੂੰ ਆਇਆ, ਮੈਂ ਆਪਣੇ ਆਪ ਬਣਾ ਲੂੰ, ਤੂੰ ਤਾਂ ਪਹਿਲਾਂ ਹੀ ਸਵੇਰ ਦੀ ਪਰੇਸ਼ਾਨ ਹੋਈ ਬੈਠੀ ਹੈ। ਰਾਤ ਦਾ ਖਾਣਾ ਬਣਾਉਣ ਲਈ ਕਿਚਨ ਵੱਲ ਜਾਣ ਲੱਗੀ ਜੱਸੂ ਦੇ ਨਾਲ ਹੀ ਉੱਠ ਕੇ ਤੁਰਨ ਲੱਗੀ ਮਾਹੀ ਨੂੰ ਜੱਸੂ ਨੇ ਮੁੜ ਕੁਰਸੀ 'ਤੇ ਬਿਠਾ ਦਿੱਤਾ। ਤੂੰ ਥੋੜ੍ਹੀ ਜਿਹੀ ਰੈਸਟ ਕਰ, ਸਵੇਰ ਦੀ ਟੈਨਸ਼ਨ 'ਚ ਤੁਰੀ ਫਿਰ ਰਹੀ ਹੈ। ਜੱਸੂ ਨੇ ਤੇਜ਼ ਚੱਲਦੇ ਆਪਣੇ ਹੱਥਾਂ ਨੂੰ ਇੱਕ ਪਲ ਲਈ ਰੋਕ ਮਾਹੀ ਨੂੰ ਆਖਿਆ। ਜੱਸੂ ਦੀ ਗੱਲ ਸੁਣ ਮਾਹੀ ਮੂੰਹੋਂ ਭਿੱਜੀਆਂ ਅੱਖਾਂ ਨਾਲ ਉਸਦੇ ਚਿਹਰੇ ਵੱਲ ਦੇਖਦੀ ਬਿਸਤਰੇ 'ਤੇ ਜਾ ਪਈ। ਇਹ ਸਭ ਕੁਝ ਇੱਕ ਵਾਰ ਫੇਰ ਬੇਸਮੈਂਟ ਅੰਦਰ ਪਈ ਮਾਹੀ ਦੀਆਂ ਅੱਖਾਂ ਅੱਗੋਂ ਦੀ ਲੰਘਿਆ ਤਾਂ ਉਸ ਨੇ ਲਾਗੇ ਪਈ ਜੱਸੂ ਨੂੰ ਆਪਣੀ ਬੁੱਕਲ ਵਿੱਚ ਘੁੱਟ ਲੈਣਾ ਚਾਹਿਆ, ਕਿਉਂਕਿ ਉਸ ਪਲ ਮਾਹੀ ਨੂੰ ਲੱਗ ਰਿਹਾ ਸੀ ਜਿਵੇਂ ਜੱਸੂ ਦੇ ਰੂਪ ਵਿੱਚ ਕੋਈ ਫਰਿਸ਼ਤਾ ਉਸ ਨੂੰ ਤਣਾਅ ਭਰੀ ਸਥਿਤੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।